ਹੁਣ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਓ, ਉਹਨਾਂ ਕੇਸਾਂ ਦੇ ਵਿੱਚ ਵੀ ਇਨਸਾਫ ਨਹੀਂ ਮਿਲਣਾ ਹੈ। ਜਿਹੜੀਆਂ ਤੁਹਾਡੇ ਤੇ ਟਿੱਪਣੀਆਂ ਬੜੀਆਂ ਕੀਤੀਆਂ ਗਈਆਂ ਫੈਸਲੇ ਨੂੰ ਲੈ ਕੇ, ਦੋਸ਼ੀਆਂ ਨੂੰ ਜੇਕਰ ਸਜ਼ਾ ਮਿਲੂਗੀ ਤਾਂ ਉਸੇ ਚਲਾਨ ਦੇ ਆਧਾਰ ਤੇ ਮਿਲ ਸਕਦੀ ਹੈ। ਨਵੀਂ ਸੀਟ 2 4 5 10 ਵੀ ਬਣਾ ਲਓ, ਟਾਈਮ ਪਾਸ ਤੁਸੀਂ ਕਰ ਸਕਦੇ ਹੋ, ਲੇਕਿਨ ਇਹ ਕਹਿਣ ਵਾਸਤੇ ਹੁੰਦਾ ਹੈ ਜੀ। यही आर्टिकल 14 गरीब वास्ते बखरे तौर पर चलता है, अमीर ਅਤੇ इन्फ्लुएंसल वास्ते बखरे तौर पर चलता है। जेकर आम फायरिंग सीगी तो एक इंस्पैक्टर ही सफिशिएंट है जो उस केस की तफ्तीश कर सकता सी। ये 5 मैंबरी टीम की की लोड़ सीगी, जस्टिस रंजीत सिंह कमीशन की लोड़ सीगी। सैक्शन 173 के तहत चलान दिता जाता है जी, उस चलान ते एक अफसर का ही साइन होता है। ਤੁਸੀਂ ਹਜੇ ਵੀ ਚੈਲੰਜ ਕਰਦੇ? मैं तो जी तुसी आज भी जेकर ट्रायल करा करके देखो तो मैंने तो पूरा विश्वास है। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਸਿੱਖ ਸੰਗਤਾਂ ਦੇ ਜਿਹੜੇ ਹਿਰਦੇ ਆ ਉਹ ਬਲੂੰਦਰੇ ਜਾਂਦੇ ਆ, ਪਰ ਸਿੱਖ ਸੰਗਤਾਂ ਨੂੰ ਜਿਹੜਾ ਇਨਸਾਫ ਆ ਹੁਣ 2021 ਹੋ ਗਿਆ, ਹਜੇ ਤੱਕ ਨਹੀਂ ਮਿਲਿਆ। ਪਰ ਗੁਰੂ ਘਰ ਦੇਰ ਹੈ ਅੰਧੇਰ ਨਹੀਂ, ਇਨਸਾਫ ਜ਼ਰੂਰ ਮਿਲੂਗਾ। ਪਰ ਜੇ ਅਸੀਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ, ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਟਾਈਮ ਮਾਹੌਲ ਆ ਜਿਹੜਾ ਉਹ ਗਰਮਾਇਆ ਹੋਇਆ ਗਾ। ਖਾਸ ਕਰਕੇ ਬਹੁਤ ਚਰਚਿਤ ਚਿਹਰਾ ਰਹੇ ਸਿੱਟ ਦੇ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਤੋਂ ਬਾਅਦ ਅੱਜ ਅਸੀਂ ਪਹੁੰਚੇ ਹਾਂ ਕੁੰਵਰ ਵਿਜੇ ਪ੍ਰਤਾਪ ਕੋਲੇ। ਇਹਨਾਂ ਤੋਂ ਜਾਣਾਂਗੇ ਅਸਲ ਦੇ ਵਿੱਚ ਜਿਹੜੀਆਂ ਗੱਲਾਂ ਚੱਲ ਰਹੀਆਂ ਗੀਆਂ ਇਹਨਾਂ ਨੂੰ ਲੈ ਕੇ, ਨਵੀਂ SIT ਨੂੰ ਲੈ ਕੇ ਕੀ ਗੱਲਾਂ ਬਾਤਾਂ ਗੀਆਂ, ਇਹਨਾਂ ਦੇ ਪਿੱਛੇ ਜਿਹੜੇ ਛੁਪੇ ਹੋਏ ਰਾਜ ਆ, ਕੀ ਉਹ ਰਾਜ ਨਹੀਂ। ਕੁੰਵਰ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੁੰਵਰ ਜੀ, ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ, ਜਿਹੜੀ ਤੁਸੀਂ ਰਿਪੋਰਟ ਆ ਜੀ ਉਹ ਕਿੱਥੇ ਦਰਜ ਕਰਾਈ ਸੀ, ਕਿੱਥੇ ਦਿੱਤੀ ਸੀ? देखो कई लोगों काफ़ी ज़्यादा इस संबंध में संदेह है, डाउट है। तुसीं चंगा सवाल किया जी। ये रिपोर्ट जो है असी 9 चलाना के रूप दे विच जी फरीदकोट की मानयोग इलाका मजिस्ट्रेट की अदालत दे विच असी सबमिट कराया जी। और तुसीं देखोगे कि आम लोग ये सोचते हैं कि ये रिपोर्ट जो है सरकार ਨੂੰ सौंपी गई सी। ये रिपोर्ट नहीं सीगी, ये तो चलान सीगा। तो चलान के रूप दे विच इलाका मजिस्ट्रेट फरीदकोट की अदालत दे विच दिता गया सी जी। तो साडा मैंडेट भी यही सीगा। इन्वेस्टिगेशन का जो मैंडेट हुंदा है वो हुंदा है कि अदालत दे विच दिता जाए। जो कमीशन है, जिस तरह मान लो मानयोग जस्टिस रंजीत सिंह कमीशन की रिपोर्ट सीगी, वो तो कमीशन ऑफ इनक्वायरी एक्ट के तहत इनक्वायरी हुंदी है, तो वो रिपोर्ट सरकार नूं सौंपी जाती है। तो जदों इन्वेस्टिगेशन किया जाता है तो वो CRPC के तहत क्रिमिनल प्रोसीजर कोड के तहत वो अदालत दे विच उस दी रिपोर्ट सौंपी जाती है। बाद दे विच मतलब वो सरकार नूं भी जा सकती है, किसी नूं भी जा सकती है जो सुपीरियर ऑफिसर्स होंदे ने। लेकिन साडी जिहड़ी रिपोर्ट है चलान के रूप दे विच मानयोग इलाका मजिस्ट्रेट की अदालत दे विच सौंपी गई है। उत्थों कमिट होकर सैशन अदालत फरीदकोट दे विच जो मानयोग जिला ਅਤੇ सैशन अदालत है वो उत्थे चला गया सी ट्रायल वास्ते, तो ਇਹਦਾ ट्रायल भी शुरू हो गया सी। तो तुसीं ये ना कहो कि हाँ ये चलान ही क्वैस होया है ਜਾਂ रिपोर्ट ही क्वैस होया है। जो अदालत ਦੇ ਵਿੱਚ कार्रवाई चल रही सी फरीदकोट ਦੀ मानयोग जिला ਅਤੇ सैशन अदालत ਦੇ ਵਿੱਚ, वो भी क्वैस हो गया। इस दे नाल तुसीं कहोगे कि जो जस्टिस रंजीत सिंह कमीशन की रिपोर्ट है वो रिपोर्ट भी क्वैस हो गया एक तरीके दे नाल, क्योंकि साडा जो इन्वेस्टिगेशन सीगा वो इन्वेस्टिगेशन वो जस्टिस रंजीत सिंह कमीशन की रिपोर्ट ਦੇ ਉੱਤੇ ਆਧਾਰਿਤ ਸੀ। ਉਹਦੇ ਵਿੱਚ ਸਿਰਫ ਇਹ ਸੀਗਾ ਕਿ ਅਸੀਂ ਉਹਨੂੰ ਐਕਸਪੈਂਡ ਕੀਤਾ ਸੀ, ਇਲਾਬੋਰੇਟ ਕੀਤਾ ਸੀ ਸਬੂਤਾਂ ਦੇ ਨਾਲ। ਸਬੂਤ ਅਸੀਂ ਲਿਆ ਕੇ ਤਾਂ ਜੋ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾ ਸਕੇ। ਤੇ ਲੇਕਿਨ ਮੈਂ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਾਂਗਾ। ਜੋ ਤੁਹਾਡਾ ਸਵਾਲ ਸੀਗਾ ਕਿ ਹਾਂ ਕਿੱਥੇ ਪੇਸ਼ ਹੋਇਆ ਸੀ, ਤਾਂ ਸਾਡਾ ਰਿਪੋਰਟ ਮਾਨਯੋਗ ਇਲਾਕਾ ਮਜਿਸਟ੍ਰੇਟ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ। ਇਹਦਾ ਕੀ ਕਾਰਨ ਰਿਹਾ ਕੁੰਵਰ ਜੀ, ਵੀ ਬੜੇ ਲੋਕਾਂ ਨੂੰ ਹਜੇ ਤੱਕ ਇਹੀ ਨਹੀਂ ਕਲੀਅਰ ਹੋ ਸਕਿਆ ਵੀ ਕਿੱਥੇ ਪੇਸ਼ ਹੋਈ ਸੀਗੀ ਰਿਪੋਰਟ? ਤੁਸੀਂ ਕੀ ਮੰਨਦੇ ਹੋ, ਦੱਸਿਆ ਨਹੀਂ ਗਿਆ ਲੋਕਾਂ ਨੂੰ ਜਾਂ ਮਿਸਲੀਡ ਕੀਤਾ ਗਿਆ? ਦੇਖੋ ਉਹ ਤਾਂ मतलब जो है लोग ये समझते हैं कि जनता कोई चीज़ समझती नहीं है, ठीक है जी।
ਗੁੰਮਰਾਹ ਕਰ ਲੋ, ਜਦੋਂ ਤੱਕ ਗੁੰਮਰਾਹ ਕਰੋਗੇ ਉਦੋਂ ਤੱਕ ਲੋਕ ਨਹੀਂ ਸਮਝਣਗੇ। ਲੇਕਿਨ ਹੁਣ ਤਾਂ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਜਾਏਗਾ ਨਾ ਕਿ ਇਹ ਰਿਪੋਰਟ ਕਿੱਥੇ ਸੌਂਪੀ ਗਈ ਸੀ। ਤੇ ਜਨਤਾ ਗੁੰਮਰਾਹ ਹੋ ਸਕਦੀ ਹੈ, ਕੁਝ ਛਣ ਵਾਸਤੇ ਗੁੰਮਰਾਹ ਹੋ ਸਕਦੀ ਹੈ, ਲੇਕਿਨ ਜਨਤਾ ਨੂੰ ਮੁਰਖ ਨਹੀਂ ਬਣਾਇਆ ਜਾ ਸਕਦਾ। ਇੱਕ ਹੋਰ ਸਵਾਲ ਆ ਜਿਹੜਾ ਇੱਕ FIR ਨੂੰ ਲੈ ਕੇ ਹੁੰਦਾ ਹੈਗਾ 129 ਨੰਬਰ ਨੂੰ ਵੀ ਉਹ ਦੁਬਾਰਾ ਕਰਨ ਦੀ ਕੀ ਲੋੜ ਸੀ? ਹਾਂ, ਅੱਛਾ ਦੇਖੋ, ਇਸ ਸੰਬੰਧ ਦੇ ਵਿੱਚ ਵੀ ਬਹੁਤ ਸਾਰਾ ਡਾਊਟ ਚੱਲ ਰਿਹਾ ਹੈ। ਠੀਕ ਹੈ, ਹਰ ਇੱਕ ਵਿਅਕਤੀ, ਮੈਂ ਇਹ ਵੇਖਦਾ ਹਾਂ ਕਿ ਡਿਬੇਟ ਵੀ ਕਰ ਲੈਂਦੇ ਨੇ, ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਹ ਜੋ FIR ਸੈਕੰਡ FIR ਜੋ ਹੋਇਆ ਸੀ ਜੀ, ਜਿਸ ਤਰ੍ਹਾਂ ਕੋਟਕਪੂਰਾ ਫਾਇਰਿੰਗ ਦੇ ਵਿੱਚ ਦੇਖੋ 2 FIR ਹੋਏ ਸੀ। ਇੱਕ FIR 14/10/2015 ਨੂੰ 14/10/2015 ਜਿਸ ਦਿਨ ਇਹ ਇਨਸੀਡੈਂਟ ਹੋਇਆ ਸੀ, ਉਸ ਦਿਨ ਪੁਲਿਸ ਦੇ ਉੱਤੇ ਅਟੈਕ ਦਾ FIR ਦਰਜ ਕਰ ਲਿਆ ਸੀ। ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਤੇ ਸਰਕਾਰ ਨੇ ਉਹਨੂੰ ਐਕਸੈਪਟ ਕਰ ਲਿਆ। ਉਸ ਤੋਂ ਬਾਅਦ ਉਸ ਰਿਪੋਰਟ ਦੇ ਆਧਾਰ ਤੇ, ਉਸ ਰਿਕਮੈਂਡੇਸ਼ਨ ਦੇ ਆਧਾਰ ਤੇ ਇੱਕ FIR 7 ਅਗਸਤ 2018 ਨੂੰ 7/8/2018 ਨੂੰ ਦਰਜ ਹੋਇਆ ਸਿਟੀ ਕੋਟਕਪੂਰਾ ਥਾਣੇ ਦੇ ਵਿੱਚ। ਤੇ ਉਹ FIR ਦਰਜ ਹੋਣ ਤੋਂ 1 ਮਹੀਨੇ ਬਾਅਦ 10/9/2018 ਨੂੰ ਸਾਡੀ SIT ਬਣੀ, ਜੋ ਸਿਟ ਸਾਡੀ ਬਣੀ ਹੈ। ਉਹ ਦੁਬਾਰਾ ਮੈਂ ਸੀਕੁਐਂਸ ਦੱਸਦਾ ਹਾਂ ਕਿ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ। ਰਿਪੋਰਟ ਨੂੰ ਸਰਕਾਰ ਨੇ ਸਵੀਕਾਰ ਕੀਤਾ। ਸਵੀਕਾਰ ਕਰਨ ਤੋਂ ਬਾਅਦ ਇੱਕ ਮੁਕੱਦਮਾ ਦਰਜ ਕੀਤਾ ਗਿਆ 7 ਅਗਸਤ 2018 ਨੂੰ। ਮੁਕੱਦਮਾ ਦਰਜ ਹੋ ਗਿਆ ਤਾਂ ਉਸ ਦੀ ਤਫਤੀਸ਼ ਵਾਸਤੇ 1 ਮਹੀਨੇ ਬਾਅਦ 10/9/2018 ਨੂੰ ਇੱਕ SIT ਦਾ ਗਠਨ ਕੀਤਾ ਗਿਆ, 5 ਮੈਂਬਰੀ ਕਮੇਟੀ, ਜਿਸ ਦਾ ਇੱਕ ਮੈਂਬਰ ਮੈਂ ਵੀ ਹਾਂ। ਜੀ, ਉਸ ਦੇ ਵਿੱਚ ਵੀ ਬੜਾ ਆਉਂਦਾ ਹੈਗਾ ਵੀ ਇਹਦੇ ਤੇ ਇਕੱਲੇ ਕੁੰਵਰ ਵਿਜੇ ਪ੍ਰਤਾਪ ਦੇ ਸਾਈਨ। ਦੇਖੋ, ਸਭ ਤੋਂ ਪਹਿਲਾਂ ਇਹ ਦੇਖੋ, ਇਹ ਹੁੰਦਾ ਹੈ ਕਿ ਇੱਕ ਨਵਾਂ FIR ਮੈਂ ਕਰ ਦਿੱਤਾ। ਮੈਂ FIR ਕਿਉਂ ਕਰਾਂਗਾ ਜੀ? ਕਿਉਂਕਿ ਮੇਰੀ ਤਾਂ ਪੋਸਟਿੰਗ ਉੱਥੇ ਹੈ ਨਹੀਂ। ਮੈਨੂੰ ਤਾਂ ਤਫਤੀਸ਼ ਵਾਸਤੇ ਲਗਾਇਆ ਗਿਆ, ਬਾਅਦ ਦੇ ਵਿੱਚ ਲਗਾਇਆ ਗਿਆ। ਤੇ ਮੈਨੂੰ ਉਸੇ ਕੇਸ ਦੇ, ਇਹ 5 ਮੈਂਬਰੀ ਜੋ ਕਮੇਟੀ ਸੀਗੀ ਸਾਡੀ, ਉਹਦੇ ਵਿੱਚ ਮੈਨੂੰ 4 ਚੁੱਕੇ FIR ਹੋ ਗਏ ਸੀਗੇ। ਤਾਂ ਮੈਨੂੰ ਉਸੇ ਕੇਸ ਦੀ ਤਫਤੀਸ਼ ਮੈਨੂੰ ਮਿਲੀ ਸੀ। ਵੈਸੇ ਕਲੈਕਟਿਵ ਇਨਵੈਸਟੀਗੇਸ਼ਨ ਚੱਲ ਰਿਹਾ ਸੀ, ਲੇਕਿਨ ਪਾਰਟਿਕੂਲਰ ਜੇਕਰ ਕਹੋਗੇ ਤਾਂ ਮੇਰੇ ਕੋਲ ਵਹੀ ਕੇਸ ਸੀਗਾ, ਉਸੇ ਕੇਸ ਦੀ ਤਫਤੀਸ਼ ਮੈਂ ਕਰ ਰਿਹਾ ਸੀ। ਜੋ ਸਵਾਲ ਤੁਹਾਡਾ ਹੈ ਕਿ ਹਾਂ ਇੱਕ ਅਫਸਰ ਦਾ ਹੀ ਸਿਗਨੇਚਰ ਸੀਗਾ, ਮੈਂ ਬਾਰ-ਬਾਰ ਹਮੇਸ਼ਾ ਇਹ ਰਿਪੀਟ ਕਰਦਾ ਹਾਂ ਕਿ ਜੋ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਸੈਕਸ਼ਨ 177 ਦੇ ਤਹਿਤ ਚਲਾਨ ਦਿੱਤਾ ਜਾਂਦਾ ਹੈ ਉਸ ਚਲਾਨ ਤੇ ਇੱਕ ਅਫਸਰ ਦਾ ਹੀ ਸਾਈਨ ਹੁੰਦਾ ਹੈ। ਉਹ ਤਾਂ ਮੰਨ ਲਓ ਸਾਡੇ SHO ਦਾ ਵੀ ਸਾਈਨ ਹੋ ਸਕਦਾ ਸੀ, ਮੇਰਾ ਜ਼ਰੂਰੀ ਨਹੀਂ ਹੈ ਕਿ ਮੇਰਾ ਹੀ ਹੋਵੇ, ਉਹ ਇੱਕ SHO ਵੀ ਕਰ ਸਕਦਾ ਸੀ, ਸਾਡੀ ਟੀਮ ਦਾ ਕੋਈ ਵੀ ਇੱਕ ਮੈਂਬਰ ਕਰ ਸਕਦਾ ਸੀ। ਉਸ ਤੋਂ ਪਹਿਲਾਂ ਵੀ 24/4/2019 ਨੂੰ ਇੱਕ ਚਲਾਨ ਦਿੱਤਾ ਗਿਆ ਸੀ, ਉਹ ਵੀ ਇੱਕ ਮੈਂਬਰ ਦੇ ਹੀ ਸਿਗਨੇਚਰ ਦੇ ਤਹਿਤ ਦਿੱਤਾ ਗਿਆ ਸੀ, ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤੀ। ਉਹ ਸਾਡੇ ਹੀ ਟੀਮ ਦੇ 5 ਮੈਂਬਰੀ ਟੀਮ ਦੇ ਇੱਕ ਮੈਂਬਰ ਨੇ ਸਾਈਨ ਕਰਕੇ 24/4/2019 ਨੂੰ ਇੱਕ ਚਲਾਨ ਅਦਾਲਤ ਦੇ ਵਿੱਚ ਫਾਈਲ ਕਰ ਦਿੱਤਾ ਸੀ। ਅੱਜ ਤੱਕ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤੀ। ਉਹਦਾ ਵਜ੍ਹਾ ਦੇਖੋ ਕੀ ਹੈ ਜੀ, ਉਹਦੇ ਵਿੱਚ ਵੱਡਿਆਂ ਦਾ ਨਾਂ ਨਹੀਂ ਸੀਗਾ, ਜੋ ਸੋ ਕਾਲਡ ਤਥਾਕਥਿਤ ਵੱਡੇ ਵਿਅਕਤੀ ਨੇ ਉਹਨਾਂ ਦਾ ਨਾਂ ਨਹੀਂ ਸੀਗਾ। ਸਾਡਾ ਜੋ ਇਨਵੈਸਟੀਗੇਸ਼ਨ ਹੋਇਆ ਕੋਟਕਪੂਰਾ ਵਾਲਾ, ਉਹ ਅਸੀਂ ਡੂੰਘਾਈ ਦੇ ਵਿੱਚ ਜਾ ਕੇ ਕੀਤੀ। ਕਿਉਂ? ਫਾਇਰਿੰਗ ਹੋਈ ਸੀ, ਫਾਇਰਿੰਗ ਹੋਈ ਹੈ। ਜੇਕਰ ਆਮ ਫਾਇਰਿੰਗ ਸੀਗੀ ਤੇ ਇੱਕ ਇੰਸਪੈਕਟਰ ਹੀ ਸਫੀਸ਼ੀਐਂਟ ਹੈ ਜੀ ਉਸ ਕੇਸ ਦੀ ਤਫਤੀਸ਼ ਕਰ ਸਕਦਾ ਸੀ। ਇਹ 5 ਮੈਂਬਰੀ ਟੀਮ ਦੀ ਕੀ ਲੋੜ ਸੀਗੀ? ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕੀ ਲੋੜ ਸੀਗੀ? ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਕੀ ਲੋੜ ਸੀਗੀ? ਜੇਕਰ ਇੱਕ ਮਾਮੂਲੀ ਸੀ ਘਟਨਾ ਸੀਗੀ 307 ਫਾਇਰਿੰਗ ਦੀ ਘਟਨਾ, ਤੇ ਇੱਕ ਇੰਸਪੈਕਟਰ ਜੀ, ਸਾਡੇ ਇੰਸਪੈਕਟਰ ਬਹੁਤ ਕਾਬਿਲ ਹੁੰਦੇ ਨੇ, ਠੀਕ ਹੈ, ਉਹ ਤਫਤੀਸ਼ ਕਰ ਸਕਦੇ ਸੀ। ਤਾਂ ਜੋ ਇਹ ਕਿਹਾ ਜਾ ਰਿਹਾ ਹੈ ਕਿ ਇੱਕੋ ਅਫਸਰ ਦਾ ਸਾਈਨ ਹੈ, ਤੁਸੀਂ ਆਜ਼ਾਦੀ ਤੋਂ ਪਹਿਲਾਂ ਜਾਂ ਆਜ਼ਾਦੀ ਤੋਂ ਬਾਅਦ CRPC ਦੇ ਤਹਿਤ ਕੋਈ ਵੀ 173 ਦੀ ਰਿਪੋਰਟ ਚਲਾਨ ਜੋ ਅਦਾਲਤ ਦੇ ਵਿੱਚ ਦਿੱਤੀ ਜਾਂਦੀ ਹੈ, ਉਹਦੇ ਉੱਤੇ ਇੱਕ ਅਫਸਰ ਦਾ ਹੀ ਸਿਗਨੇਚਰ ਹੁੰਦਾ ਹੈ। ਕਦੇ ਵੀ 2 ਅਫਸਰ, 3 ਅਫਸਰ, 4 ਅਫਸਰ ਦਾ ਸਿਗਨੇਚਰ ਨਹੀਂ ਹੁੰਦਾ ਹੈ। ਇੰਨਾ ਬਵਾਲ ਕਿਉਂ ਇਹ ਗੱਲ ਨੂੰ ਲੈ ਕੇ, ਸਾਈਨ ਵਾਲੀ ਗੱਲ ਨੂੰ ਲੈ ਕੇ ਬੜਾ ਬਵਾਲ ਆ ਰਾਜਨੀਤਿਕ ਘਰਾਣਿਆਂ ਦੇ ਵਿੱਚ, ਬੜਾ ਬਵਾਲ। ਦੇਖੋ, ਜਦੋਂ ਵੱਡੇ ਵਿਅਕਤੀਆਂ ਦਾ ਨਾਂ ਹੁੰਦਾ ਹੈ, ਇਹ ਕਿਹਾ ਜਾਂਦਾ ਹੈ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੁੰਦੇ ਨੇ। ਆਰਟੀਕਲ 14 ਹੈ ਸਾਡੇ ਕਨਸਟੀਟਿਊਸ਼ਨ ਦਾ, ਠੀਕ ਹੈ ਨਾ, ਇਕੁਅਲਿਟੀ ਬਿਫੋਰ ਲਾਅ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾਅਜ਼, ਠੀਕ ਹੈ। ਲੇਕਿਨ ਇਹ ਕਹਿਣ ਵਾਸਤੇ ਹੁੰਦਾ ਹੈ ਜੀ, ਇਹੀ ਆਰਟੀਕਲ 14 ਗਰੀਬ ਵਾਸਤੇ ਵੱਖਰੇ ਤੌਰ ਤੇ ਚੱਲਦਾ ਹੈ, ਅਮੀਰ ਅਤੇ ਇਨਫਲੂਐਂਸਰ ਵਾਸਤੇ ਵੱਖਰੇ ਤੌਰ ਤੇ ਚੱਲਦਾ ਹੈ। ਤਾਂ ਜੋ ਵੀ ਕਾਨੂੰਨ ਬੰਦੇ ਨੇ ਜਾਂ ਜੋ ਸਾਰਾ ਕੁਝ ਤੁਸੀਂ ਦੇਖੋਗੇ, ਉਸ ਦਾ ਪਰਿਚਾਲਨ, ਉਸ ਦਾ ਆਪਰੇਸ਼ਨ 2 ਤਰੀਕੇ ਦੇ ਨਾਲ ਹੁੰਦਾ ਹੈ। ਕਾਨੂੰਨ ਵਹੀ ਹੈ, ਲੇਕਿਨ ਜੋ ਦੋਸ਼ੀ ਹੈ ਉਸ ਦੀ ਹੈਸੀਅਤ, ਉਹਦਾ ਇਨਫਲੂਐਂਸ, ਉਸ ਦਾ ਮਨੀ ਪਾਵਰ, ਉਸ ਦੇ ਹਿਸਾਬ ਦੇ ਨਾਲ ਉਹ ਚੱਲਦਾ ਹੈ। ਕੁੰਵਰ ਜੀ, ਜਿਹੜਾ ਹੁਣ ਅਦਾਲਤ ਦਾ ਫੈਸਲਾ ਆਇਆ ਉਹਨੂੰ ਕਿਵੇਂ ਦੇਖਦੇ ਹੋ? ਮੈਂ ਨਹੀਂ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦਾ।
ठीक है, क्योंकि साडा जो कानून है, साडे मुल्क दा कानून है, वो इस दी इजाज़त नहीं दिंदा है। मैं भी ਇਹਦੇ ਉੱਤੇ कोई टिप्पणी नहीं कर सकता। ਤੁਸੀਂ ਐਜ਼ ਅ ਲਾਇਰ ਹੁਣ ਗਾਂ ਚੈਲੰਜ ਕਰੋਗੇ, ਕੇਸ ਲੜੋਗੇ, ਜਾਂ ਜਿਹੜੇ ਮੁਲਜ਼ਮ ਆ ਜਿਹੜਾ ਇਹਨੂੰ ਤੁਸੀਂ ਕਹਿੰਦੇ ਹੋ ਵੀ ਮੁਲਜ਼ਮ ਆ? ਸਰਕਾਰ ਨੇ ਇਸ ਨੂੰ ਜੋ ਸੁਪੀਰੀਅਰ ਅਦਾਲਤ ਹੈ ਉਸ ਦੇ ਵਿੱਚ ਚੈਲੰਜ ਕਰਨ ਵਾਸਤੇ ਸਰਕਾਰ ਦਾ ਵੀ ਬਿਆਨ ਆ ਗਿਆ ਹੈ। ਜੋ ਮੇਰੀ ਗੱਲਬਾਤ ਹੋਈ ਹੈ ਮਾਨਯੋਗ ਚੀਫ ਮਿਨਿਸਟਰ ਸਾਹਿਬ ਦੇ ਨਾਲ ਜਾਂ ਮਾਨਯੋਗ ਡੀਜੀਪੀ ਸਾਹਿਬ ਦੇ ਨਾਲ, ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਹੈ ਕਿ ਇਸ ਆਰਡਰ ਨੂੰ ਚੈਲੰਜ ਕੀਤਾ ਜਾਏਗਾ ਤੇ ਉਹਦੇ ਵਿੱਚ ਜੋ ਸਹਿਯੋਗ ਮੈਂ ਬਾਹਰ ਰਹਿ ਕੇ ਬਤੌਰ ਐਡਵੋਕੇਟ ਜਾਂ ਇੱਕ ਕਾਮਨ ਸਿਟੀਜ਼ਨ ਦੇ ਰੂਪ ਦੇ ਵਿੱਚ ਜਾਂ ਮੇਰੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ, ਮੈਨੂੰ ਫੈਕਟਸ ਦੇ ਬਾਰੇ ਸਾਰਾ ਕੁਝ ਪਤਾ ਹੈ ਤੇ ਠੀਕ ਹੈ, ਉਸ ਦੇ ਵਿੱਚ ਜੋ ਮੇਰਾ ਸਹਿਯੋਗ ਹੋਗਾ ਮੈਂ ਹਮੇਸ਼ਾ ਉਹ ਸਹਿਯੋਗ ਕਰਾਂਗਾ। ਜੀ, ਜਿਹੜੀਆਂ ਤੁਹਾਡੇ ਤੇ ਟਿੱਪਣੀਆਂ ਬੜੀਆਂ ਕੀਤੀਆਂ ਗਈਆਂ ਫੈਸਲੇ ਨੂੰ ਲੈ ਕੇ, ਉਸ ਟਿੱਪਣੀਆਂ ਦੇ ਉੱਤੇ ਮੈਂ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਾਂਗਾ ਜੀ। ਮੈਂ ਕੋਈ ਟਿੱਪਣੀ ਨਹੀਂ ਕਰਾਂਗਾ, ਠੀਕ ਹੈ, ਮੈਂ ਕੋਈ ਟਿੱਪਣੀ ਨਹੀਂ ਕਰਨਾ ਉਹਦੇ ਵਿੱਚ। ਜੀ, ਜੇ ਆਪਾਂ ਦੂਸਰੇ ਪਾਸੇ ਗੱਲ ਕਰਦੇ ਹਾਂ, ਨਵੀਂ ਸਿੱਟ ਦੀ ਗੱਲ ਚੱਲ ਰਹੀ ਹੈ, ਨਵੀਂ ਸਿੱਟ ਨੂੰ ਜੇ ਉਹਨਾਂ ਨੂੰ ਮਦਦ ਦੀ ਲੋੜ ਹੋਈ ਤੁਸੀਂ ਉਹਨਾਂ ਦੇ ਨਾਲ ਸਹਿਯੋਗ ਕਰੋਗੇ? ਸਭ ਤੋਂ ਪਹਿਲਾਂ ਦੇਖੋ ਜੋ ਨਵੀਂ ਸਿੱਟ ਹੈ, ਕਿਉਂਕਿ ਮੰਨ ਲਓ ਜੋ ਮੈਨੂੰ ਸੁਣਨ ਦੇ ਵਿੱਚ ਆਇਆ ਹੈ ਕਿ ਮੇਰੇ ਬਾਰੇ ਸਖਤ ਟਿੱਪਣੀ ਕੀਤੀ ਗਈ ਹੈ, ਤੇ ਜੇਕਰ ਮੇਰੇ ਬਾਰੇ ਟਿੱਪਣੀ ਕਰ ਹੀ ਦਿੱਤੀ ਗਈ ਹੈ ਤਾਂ ਨਵੀਂ ਸੀਟ ਦੇ ਵਿੱਚ ਮੇਰਾ ਕੋਈ ਕਿਸੇ ਵੀ ਰੂਪ ਦੇ ਵਿੱਚ ਵੀ ਰੋਲ ਨਹੀਂ ਹੋਣਾ ਚਾਹੀਦਾ ਹੈ, ਠੀਕ ਹੈ ਕਿ ਨਹੀਂ? ਜਦੋਂ ਨਵੀਂ ਸੀਟ ਦੀ ਗੱਲ ਕਰ ਰਹੇ ਹੋ, ਦੇਖੋ 2015 ਜੀ ਅਕਤੂਬਰ ਮਹੀਨੇ ਦਾ ਇਹ ਇਨਸੀਡੈਂਟ ਹੈ ਜੀ। ਇਹ ਘਟਨਾ 14/10/2015 ਦੀ ਹੈ। ਤੁਸੀਂ ਫਾਇਰਿੰਗ ਕੇਸ ਤੋਂ ਪਹਿਲਾਂ ਬੇਅਦਬੀ ਦੇ ਕੇਸ ਦੇਖ ਲਓ, 4 ਸਾਲ ਤੱਕ CBI ਨੇ ਤਫਤੀਸ਼ ਕੀਤੀ। ਇੱਕ ਦਿਨ 4 ਜੁਲਾਈ 2019 ਨੂੰ ਕੀ ਕੀਤਾ ਉਹਨਾਂ ਨੇ, ਮੋਹਾਲੀ ਸਪੈਸ਼ਲ CBI ਅਦਾਲਤ ਦੇ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ। ਹੁਣ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਓ, ਉਹਨਾਂ ਕੇਸਾਂ ਦੇ ਵਿੱਚ ਵੀ ਇਨਸਾਫ ਨਹੀਂ ਮਿਲਣਾ ਹੈ। ਜੋ ਉਹ ਇੱਕ ਦੋ ਸਾਡੀ SIT ਬਣੀ ਹੋਈ ਹੈ ਸਾਰਾ ਕੁਝ, ਲੇਕਿਨ ਜੋ ਕੇਸ ਖਰਾਬ ਹੋ ਜਾਂਦਾ ਹੈ ਨਾ, ਉਹਦੇ ਵਿੱਚ ਇੱਕ ਮੁਕਾਮ ਤੇ ਜਾ ਕੇ ਰੁਕ ਜਾਂਦਾ ਹੈ ਜੀ। ਕਿਉਂਕਿ ਹਰ ਕੇਸ ਠੀਕ ਹੈ, ਜਿਸਨੇ ਇਹ ਕੀਤਾ ਉਹਨੂੰ ਫੜ ਕੇ ਤਾਂ ਤੁਸੀਂ ਅੰਦਰ ਕਰ ਦੋਗੇ, ਲੇਕਿਨ ਜਿਸਨੇ ਕਰਾਇਆ ਮੋਟਿਵ ਕੀ ਸੀਗਾ, ਜਿਸ ਦਾ ਮੋਟਿਵ ਹੈ ਉਹ ਮੋਟਿਵ ਦਾ ਪਤਾ ਲੱਗਣਾ ਚਾਹੀਦਾ ਹੈ। ਤੇ ਇਹਦੇ ਵਿੱਚ ਵੀ ਫਾਇਰਿੰਗ ਵਾਲੇ ਦੇ ਵਿੱਚ ਵੀ ਤੁਸੀਂ 1 ਬਣਾ ਲਓ, 2 ਬਣਾ ਲਓ, 4 ਸੀਟ ਬਣਾ ਲਓ, CBI ਨੂੰ ਵੀ ਲਿਆ ਕੇ ਬਿਠਾ ਦਿਓ, ਨਿਕਲਣਾ ਕੁਝ ਨਹੀਂ ਹੈ ਜੀ। मैं यही कहूँगा, दावा करता हाँ कि जो भी किसी ਨੂੰ डिस्कस करना है मेरिट ਤੇ ਆ ਕੇ डिस्कस करो। ਜਾਂ ਤੁਸੀਂ ਅਦਾਲਤ ਦੇ ਵਿੱਚ ਸੈਸ਼ਨ ਅਦਾਲਤ ਜੋ ਹੈ ਫਰੀਦਕੋਟ ਦੇ ਵਿੱਚ ਟਰਾਇਲ ਹੋ ਲੈਣ ਦਿਓ। ਜੇਕਰ ਟਰਾਇਲ ਹੋ ਜਾਂਦਾ ਫਿਰ ਤੁਸੀਂ ਦੇਖਦੇ ਕਿ ਹਾਂ ਇਹ ਰਿਪੋਰਟ ਸਟੈਂਡ ਕਰਦੀ ਹੈ ਕਿ ਨਹੀਂ ਕਰਦੀ ਹੈ। ਤੁਸੀਂ ਹਜੇ ਵੀ ਚੈਲੰਜ ਕਰਦੇ? ਮੈਂ ਤਾਂ ਜੀ ਤੁਸੀਂ आज भी जेकर ट्रायल करा करके देखो तो मैनू तो पूरा विश्वास है कि ट्रायल उसे चलान दे उत्ते होना है, मैनू पूरा विश्वास है, ठीक है, क्योंकि उस दी लीगल सैंक्टिटी नहीं खत्म हुई है, ठीक है। सुपीरियर अदालत दे विच चैलेंज किया जाएगा। देखो आगे की हुंदा है तुसी देखो, लेकिन मैनू पूरा विश्वास है कि दोषियों नू जेकर सज़ा मिलूगी तो उसे चलान दे आधार पर मिल सकती है। नवीं सीट 2 4 5 10 भी बना लो, टाइम पास तुसी कर सकते हो। ਕੁੰਵਰ ਜੀ, ਜੋ ਤੁਹਾਡੇ ਤੇ ਸਵਾਲ ਉੱਠ ਰਹੇ ਸੀ ਖਾਸ ਕਰਕੇ ਜੇ FIR ਨੂੰ ਲੈ ਕੇ ਜਾਂ ਸਾਈਨਾਂ ਨੂੰ ਲੈ ਕੇ, ਉਹਦੇ ਤੁਸੀਂ ਜਵਾਬ ਦਿੱਤੇ। ਅਸੀਂ ਫਿਰ ਉਮੀਦ ਕਰਦੇ ਹਾਂ ਵੀ ਜਿਹੜੇ ਅੱਗੇ ਹੋਰ ਸਵਾਲ ਉੱਠ ਰਹੇ ਨੇ ਫਿਰ ਕਿਸੇ ਦਿਨ ਮਿਲਾਂਗੇ ਜਿਸ ਦਿਨ ਲੰਬਾ ਸਮਾਂ ਤੁਹਾਡੇ ਕੋਲ ਹੋਇਆ। ਸਵਾਲ ਕੋਈ ਨਹੀਂ ਉੱਠਣਾ ਹੈ। ਜਦੋਂ ਦੇਖੋ ਇਹ ਜਨਤਾ ਕੋਈ ਐਸੀ ਨਹੀਂ ਹੈ ਕਿ ਹਾਂ ਜਨਤਾ ਨੂੰ ਮੂਰਖ ਬਣਾਇਆ ਜਾ ਸਕਦਾ ਹੈ। ਜਨਤਾ ਨੂੰ ਜਦੋਂ ਸਾਰੀ ਸੱਚਾਈ ਦਾ ਪਤਾ ਲੱਗ ਜਾਏਗਾ, ਜਿਸ ਤਰ੍ਹਾਂ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਰਿਪੋਰਟ ਕਿੱਥੇ ਦਿੱਤੀ ਗਈ ਸੀ, ਹੁਣ ਪਤਾ ਲੱਗ ਜਾਏਗੀ। ਰਿਪੋਰਟ ਮਾਨਯੋਗ ਜ਼ਿਲ੍ਹਾ ਅਦਾਲਤ ਫਰੀਦਕੋਟ ਦੇ ਵਿੱਚ ਰਿਪੋਰਟ ਦਿੱਤੀ ਗਈ ਹੈ। ਜੋ FIR ਦੇ ਬਾਰੇ ਹੈ ਉਹ FIR ਮੇਰੇ ਵੱਲੋਂ ਨਹੀਂ ਦਰਜ ਕੀਤਾ ਗਿਆ ਹੈ। FIR ਦਰਜ ਕਰਨ ਤੋਂ ਬਾਅਦ ਮੈਨੂੰ ਉਸ ਦੀ ਤਫਤੀਸ਼ ਸੌਂਪੀ ਗਈ ਹੈ। ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ ਜੋ ਸਵਾਲਾਂ ਦਾ ਜਵਾਬ मिल जाना है जनता ਨੂੰ। तो जनता बहुत होशियार है जी, ये पब्लिक है, सब कुछ जानती है जी। ਅਸੀਂ ਉਮੀਦ ਕਰਦੇ ਆਪਾਂ ਫਿਰ ਮਿਲਾਂਗੇ। ਜ਼ਰੂਰ ਜੀ, ਜ਼ਰੂਰ ਛੇਤੀ ਮਿਲਾਂਗੇ ਆਪਾਂ ਜੀ। ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਥੈਂਕ ਯੂ, ਧੰਨਵਾਦ। ਸੋ ਇਹ ਸੀ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਜੀ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMP ਟੈਲੀਵਿਜ਼ਨ। ਧੰਨਵਾਦ ਜੀ।